सत श्री अकाल दोस्तों, स्वागत है तुहाडा साडे चैनल द निर्वैर विजडम हब दे विच। ते अज दी वीडियो विच असीं गल करन जा रहे हां सरदार भगत सिंह जी दे जीवन उत्ते। ते इस वीडियो दा जे तुसीं पहला पार्ट नहीं वेख्या तां एक बार उस नूं जरूर देख लेना ताकि तुसीं अज दी इस वीडियो नूं होर ज़्यादा बेहतर तरीके नाल समझ सको। सो दोस्तों, साउंडर्स मर्डर केस तो बाद जद सारे HSRA दे मैंबरस कलकत्ता पहुंच गए सी तां दोबारा उत्थे सैटल हो के उन्होंने अपनी पार्टी का प्रचार शुरू कर दिता। ते प्रचार के दौरान भगत सिंह ते उन्हां दे साथियां ने एक चीज़ रियलाइज़ की कि साडा इत्थे प्रचार करना मुश्किल है। मुश्किल इस करके है क्योंकि प्रचार हुंदा सी पुलिस तो बच के, ते जे पैसा ना होवे तां प्रचार करना होर ज़्यादा मुश्किल हो जांदा सी। ਅਸੀਂ ਜਾਣਦੇ ਹਾਂ ਕਿ ਅੱਜ ਦੇ ਦੌਰ ਵਿੱਚ ਵੀ ਜਦੋਂ ਸਿਆਸੀ ਪਾਰਟੀਆਂ ਇਲੈਕਸ਼ਨਾਂ ਲੜਦੀਆਂ ਨੇ ਤਾਂ ਪ੍ਰਚਾਰ ਤੇ ਸਾਰੀਆਂ ਪਾਰਟੀਆਂ ਖੁੱਲ੍ਹ ਕੇ ਪੈਸਾ ਖਰਚਦੀਆਂ ਨੇ ਤੇ ਉਸ ਵਕਤ ਵੀ ਆਪਣਾ ਪ੍ਰਚਾਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਪੈਸਾ ਤਾਂ ਪ੍ਰਚਾਰ ਤੇ ਲਾਉਣਾ ਹੀ ਪੈਂਦਾ ਹੈ। ਤਾਂ ਭਗਤ ਸਿੰਘ ਜੀ ਨੇ ਸੋਚਿਆ ਕਿ ਸਾਨੂੰ ਸਭ ਤੋਂ ਵੱਧ ਲੋੜ ਇਸ ਵਕਤ ਪਬਲਿਸਿਟੀ ਦੀ ਹੈ, ਕਿਉਂਕਿ HSRA ਦੀ ਜਿਹੜੀ ਇਮੇਜ ਆਮ ਲੋਕਾਂ ਦੇ ਵਿੱਚ ਬਣੀ ਸੀ ਉਹ ਇੱਕ ਅੱਤਵਾਦੀ ਸੰਗਠਨ ਦੇ ਨਾਮ ਤੋਂ ਬਣ ਗਈ ਸੀ ਤੇ ਇਸ ਤਰ੍ਹਾਂ ਦੀ ਇਮੇਜ ਹੋਣ ਕਰਕੇ HSRA ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਤੇ ਉਹਨਾਂ ਦਿਨਾਂ ਵਿੱਚ ਹੀ ਦੋ ਬਿੱਲਸ ਸਰਕਾਰ ਨੇ ਇੰਟਰੋਡਿਊਸ ਕੀਤੇ ਸੀਗੇ, ਜਿਹਦੇ ਵਿੱਚੋਂ ਪਹਿਲਾ ਸੀਗਾ ਪਬਲਿਕ ਸੇਫਟੀ ਬਿੱਲ ਤੇ ਦੂਸਰਾ ਸੀ ਟ੍ਰੇਡ ਡਿਸਪਿਊਟ ਬਿੱਲ। ਇਹ ਦੋਵੇਂ ਬਿੱਲ ਸੈਂਟਰਲ ਅਸੈਂਬਲੀ ਨੇ रिजेक्ट कर दिते सी, लेकिन सरकार धक्के नाल वायसरॉय दे राही इन्हां बिल्स नूं लागू कराउणा चाहुंदी सी, क्योंकि वायसरॉय दे कोल कुछ खास ताकतां सीगीआं। ते जे तुसीं इन्हां दोनां बिल्स बारे होर जानना चाहुंदे हो, पब्लिक सेफ्टी बिल ते ट्रेड डिस्प्यूट बिल, तां कमेंट करो, असीं इहदे ते एक वक्खरी वीडियो बना देवांगे। दोस्तों, HSRA ने अपनी पब्लिसिटी वास्ते अते इन्हां दोनां बिल्स दा डट के विरोध करन वास्ते एक मीटिंग सद्दी ते उस मीटिंग विच भगत सिंह जी ने आइडिया रखिया ते ओह आइडिया सी कि असीं ਸੈਂਟਰਲ ਅਸੈਂਬਲੀ ਵਿੱਚ ਜਾ ਕੇ ਬੰਬ ਫੋੜਾਂਗੇ, ਜਿਸ ਨੂੰ ਸੁਣ ਕੇ ਟੀਮ ਦੇ ਕਈ ਮੈਂਬਰਸ ਚੌਂਕ ਉੱਠੇ ਤੇ ਉਹਨਾਂ ਨੇ ਕਿਹਾ ਕਿ ਇਸ ਨਾਲ ਤਾਂ ਕਈਆਂ ਦੀ ਜਾਨ ਚਲੇ ਜਾਵੇਗੀ ਤੇ ਅਸੀਂ ਆਖਰ ਵਿੱਚ ਹਾਸਲ ਕੀ ਕਰਾਂਗੇ। ਆਖਰ ਵਿੱਚ ਕਿਸੇ ਨੂੰ ਜੇਲ੍ਹ ਹੋਵੇਗੀ ਤੇ ਕਿਸੇ ਨੂੰ ਫਾਂਸੀ ਹੋਵੇਗੀ। ਉਹਨਾਂ ਦਾ ਆਈਡੀਆ ਸੀ ਕਿ ਇਹ ਬੰਬ ਸਿਰਫ ਧਮਾਕੇ ਜੋਗਾ ਹੋਵੇ, ਇਹ ਬੰਬ ਸਿਰਫ ਧੂਆਂ ਫੈਲਾਉਣ ਜੋਗਾ ਹੋਵੇ, ਕਿਸੇ ਨੂੰ ਨੁਕਸਾਨ ਪਹੁੰਚਾਉਣ ਜੋਗਾ ਇਸ ਬੰਬ ਨੂੰ ਅਸੀਂ ਤਿਆਰ ਹੀ ਨਹੀਂ ਕਰਨਾ। ਤੇ ਇੱਕ ਬਹੁਤ ਮਸ਼ਹੂਰ ਕੋਟ ਵੀ ਅਸੀਂ ਸਾਰਿਆਂ ਨੇ ਭਗਤ ਸਿੰਘ ਜੀ ਦੀ ਸੁਣੀ ਹੈ ਕਿ ਬਹਿਰੋਂ ਕੋ ਸੁਨਾਨੇ ਕੇ लिए धमाके की जरूरत होती है। दोस्तों, भगत सिंह जी दे इस आइडिया के मुताबिक टीम के दो मैंबर इस मिशन वास्ते जाणगे ते ओह बंब फोड़न तो बाद वापस नहीं आउणगे, उत्थों भज्जणगे नहीं, सगों अपनी गिरफ्तारी देणगे, क्योंकि हर मुजरिम नूं सज़ा देण तो पहलां उस नूं अपनी सफाई देण दा एक मौका जरूर दिता जांदा है। ਤੇ ਭਗਤ ਸਿੰਘ ਜੀ ਚਾਹੁੰਦੇ ਸੀ ਕਿ ਅਸੀਂ ਆਪਣਾ ਕੇਸ ਗ੍ਰਿਫਤਾਰੀ ਦੇਣ ਤੋਂ ਬਾਅਦ ਅਸੀਂ ਆਪਣਾ ਕੇਸ ਅਦਾਲਤ ਵਿੱਚ ਲੈ ਕੇ ਜਾਵਾਂਗੇ ਤੇ ਜਦ ਅਦਾਲਤ ਵਿੱਚ ਜਾ ਕੇ ਅਸੀਂ ਕੋਈ ਬਿਆਨ ਦੇਵਾਂਗੇ ਤਾਂ ਅਖਬਾਰ ਵਾਲਿਆਂ ਨੂੰ ਸਾਡੇ ਬਿਆਨ ਆਪਣੀਆਂ ਅਖਬਾਰਾਂ ਵਿੱਚ ਛਾਪਣੇ ਪੈਣਗੇ। ਤੇ ਇੱਕ ਵਾਰ ਜੇ ਸਾਡੇ ਬਿਆਨ, ਸਾਡੀ ਕਹੀ ਕੋਈ ਗੱਲ ਅਖਬਾਰ ਵਿੱਚ ਛਪਦੀ ਹੈ ਤਾਂ ਉਹ ਦੇਸ਼ ਦੇ ਹਰੇਕ ਇਨਸਾਨ ਤੱਕ ਪਹੁੰਚ ਜਾਵੇਗੀ ਤੇ ਇਸ ਨਾਲ ਪਬਲਿਸਿਟੀ ਵੀ ਵਧੂਗੀ ਤੇ ਅਸੀਂ ਇਹਨਾਂ ਦੋਨਾਂ ਬਿਲਸ ਦਾ ਡਟ ਕੇ ਵਿਰੋਧ ਵੀ ਕਰ ਪਾਵਾਂਗੇ। ਭਗਤ ਸਿੰਘ ਜੀ ਨੇ ਕਿਹਾ ਕਿ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਝੰਡਾ ਚੁੱਕਿਆ ਹੋਇਆ ਹੈ ਉਹ ਸਰਕਾਰ ਖੁਦ ਸਾਨੂੰ ਸਾਡਾ ਪਲੇਟਫਾਰਮ ਬਣਾ ਕੇ ਦੇਵੇਗੀ। ਦੋਸਤੋ, ਜਦ ਭਗਤ ਸਿੰਘ ਜੀ ਨੇ ਇਸ ਮੀਟਿੰਗ ਵਿੱਚ ਆਪਣਾ ਆਈਡੀਆ ਪੂਰੀ ਤਰ੍ਹਾਂ ਸਾਰਿਆਂ ਦੇ ਸਾਹਮਣੇ ਐਕਸਪਲੇਨ ਕਰ ਦਿੱਤਾ ਤਾਂ ਪਾਰਟੀ ਦੇ ਸਾਰੇ ਮੈਂਬਰਸ ਨੇ ਆਈਡੀਆ ਦੇ ਨਾਲ ਸਹਿਮਤੀ ਭਰੀ ਤੇ ਭਗਤ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਵੀ ਹੋਏ। ਭਗਤ ਸਿੰਘ ਜੀ ਇਸ ਮਿਸ਼ਨ ਤੇ ਖੁਦ ਜਾਣਾ ਚਾਹੁੰਦੇ ਸੀ ਤੇ ਚੰਦਰ ਸ਼ੇਖਰ ਆਜ਼ਾਦ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਕਿਸੇ ਨੂੰ ਵੀ ਇਸ ਮਿਸ਼ਨ ਤੇ ਭੇਜ ਦਿਆਂਗੇ, ਲੇਕਿਨ ਭਗਤ ਸਿੰਘ ਨੂੰ ਨਹੀਂ ਭੇਜ ਸਕਦੇ। ਤੇ ਇਸ ਦਾ ਕਾਰਨ ਸੀ ਕਿ ਉਹ ਚਾਹੁੰਦੇ ਸੀ ਕਿ ਭਗਤ ਸਿੰਘ ਉਹਨਾਂ ਦੇ ਨਾਲ ਰਹਿਣ, ਕਿਉਂਕਿ ਭਗਤ ਸਿੰਘ ਦੀ ਜ਼ਿੰਦਗੀ ਅਤੇ ਭਗਤ ਸਿੰਘ ਦੀ ਹੋਂਦ ਪਾਰਟੀ ਵਾਸਤੇ ਬਹੁਤ ਜ਼ਰੂਰੀ ਸੀ। ਪਰ ਭਗਤ ਸਿੰਘ ਜੀ ਕਹਿੰਦੇ ਸੀ ਕਿ ਉਹਨਾਂ ਤੋਂ ਵਧੀਆ ਇਸ ਮਿਸ਼ਨ ਵਾਸਤੇ ਹੋਰ ਕੋਈ ਨਹੀਂ ਹੈ। ਤੇ ਜਦ ਪਾਰਟੀ ਦੇ ਸਾਰੇ ਮੈਂਬਰਾਂ ਨੇ ਇਸ ਗੱਲ ਤੋਂ ਸਹਿਮਤੀ ਭਰੀ ਕਿ ਭਗਤ ਸਿੰਘ ਤੋਂ ਵਧੀਆ ਇਸ ਮਿਸ਼ਨ ਵਾਸਤੇ ਹੋਰ ਕੋਈ ਨਹੀਂ ਹੈ ਤੇ ਆਖਰ ਵਿੱਚ ਚੰਦਰ ਸ਼ੇਖਰ ਆਜ਼ਾਦ ਜੀ ਨੂੰ ਵੀ ਇਸ ਗੱਲ ਨਾਲ ਸਹਿਮਤ ਹੋਣਾ ਪਿਆ ਕਿ ਜੇ ਇਸ ਮਿਸ਼ਨ ਨੂੰ ਸਕਸੈਸਫੁਲੀ ਕੰਪਲੀਟ ਕਰਨਾ ਹੈ ਤਾਂ ਸਾਨੂੰ ਭਗਤ ਸਿੰਘ ਜੀ ਨੂੰ ਇਸ ਮਿਸ਼ਨ ਤੇ ਭੇਜਣਾ ਪੈਣਾ। ਇੱਥੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਮਿਸ਼ਨ ਦਾ ਅਸਲੀ ਮਕਸਦ ਸੀ ਕਿ ਮੀਡੀਆ ਦੇ ਰਾਹੀਂ ਆਪਣੀ ਗੱਲ ਦੇਸ਼ ਦੇ ਕੱਲੇ-ਕੱਲੇ ਇਨਸਾਨ ਤੱਕ ਪਹੁੰਚਾਉਣੀ ਤੇ ਇਸ ਮਿਸ਼ਨ ਵਿੱਚ ਭਗਤ ਸਿੰਘ ਜੀ ਨੇ ਪੂਰੀ ਸਫਲਤਾ ਪ੍ਰਾਪਤ ਕੀਤੀ ਸੀ। ਦੋਸਤੋ, ਭਗਤ ਸਿੰਘ ਜੀ ਦਾ ਇਹ ਆਈਡੀਆ ਇੱਕ ਫ੍ਰੈਂਚ ਐਨਾਰਕਿਸਟ ਤੋਂ ਇਨਸਪਾਇਰਡ ਸੀ, ਜਿਨ੍ਹਾਂ ਦਾ ਨਾਂ ਸੀ ਅਗਸਤੇ ਵੈਲੈਂਟ। ਹੋ ਸਕਦਾ ਸੀ ਪ੍ਰੋਨੰਸੀਏਸ਼ਨ ਵਿੱਚ ਗਲਤ ਹੋਈ ਹੈ, ਜਿਹਦੇ ਕਰਕੇ ਅਸੀਂ ਮਾਫੀ ਵੀ ਚਾਹੁੰਦੇ ਹਾਂ। ਅਸੀਂ ਉਹਨਾਂ ਦੇ ਨਾਮ ਦੇ ਸਪੈਲਿੰਗ ਇੱਥੇ ਮੈਂਸ਼ਨ ਕੀਤੇ ਹੋਏ ਨੇ। ਤਾਂ ਇਹਨਾਂ ਨੇ 1893 ਦੇ ਵਿੱਚ ਫਰਾਂਸ ਪੈਰਿਸ ਦੇ ਵਿੱਚ ਚੈਂਬਰ ਆਫ ਡੈਪੂਟੀਜ਼ ਦੇ ਅੰਦਰ ਬੰਬ ਫੋੜਿਆ ਸੀ, ਜਿਹਦੇ ਪਿੱਛੇ ਇਹਨਾਂ ਦੀਆਂ ਕਈ ਸਿਆਸੀ ਮਜਬੂਰੀਆਂ ਸੀਗੀਆਂ। ਸੋ ਦੋਸਤੋ, 1929 ਦੇ ਵਿੱਚ HSRA ਨੇ ਆਪਣੇ ਇਸ ਪਲਾਨ ਨੂੰ ਐਗਜ਼ੀਕਿਊਟ ਕੀਤਾ ਤੇ ਭਗਤ ਸਿੰਘ ਜੀ ਆਪਣੇ ਨਾਲ ਬਟੂਕੇਸ਼ਵਰ ਦੱਤ ਨੂੰ ਲੈ ਕੇ ਗਏ ਸੀ ਤੇ ਪਲਾਨ ਦੇ ਮੁਤਾਬਿਕ ਉਹਨਾਂ ਦੋਵਾਂ ਨੇ ਅਸੈਂਬਲੀ ਵਿੱਚ ਜਾ ਕੇ ਬੰਬ ਫੋੜੇ ਤੇ ਬੰਬ
ਕਿਸੇ ਖਾਲੀ ਜਗ੍ਹਾ ਵਿੱਚ ਸੁੱਟਿਆ ਤਾਂ ਕਿ ਕਿਸੇ ਨੂੰ ਥੋੜਾ ਬਹੁਤਾ ਵੀ ਨੁਕਸਾਨ ਨਾ ਹੋਵੇ। ਅਸੀਂ ਜਾਣਦੇ ਹਾਂ ਕਿ ਬੰਬ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲਸ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਤਾਂ ਬੰਬ ਕਿਸੇ ਨੂੰ ਨੁਕਸਾਨ ਤਾਂ ਪਹੁੰਚਾ ਹੀ ਨਹੀਂ ਸਕਦਾ ਸੀ। ਤੇ ਬੰਬ ਸਿੱਟਣ ਤੋਂ ਬਾਅਦ ਫਾਇਰਿੰਗ ਵੀ ਕੀਤੀ ਗਈ ਅਤੇ ਨਾਅਰੇ ਵੀ ਲਾਏ ਗਏ ਕਿ ਇਨਕਲਾਬ ਜ਼ਿੰਦਾਬਾਦ, ਸਾਮਰਾਜਯਵਾਦ ਮੁਰਦਾਬਾਦ, ਲੌਂਗ ਲਿਵ ਦ ਰੈਵੋਲੂਸ਼ਨ, ਡਾਊਨ ਵਿਦ ਦ ਇੰਪੀਰੀਅਲਿਜ਼ਮ। ਤੇ ਪਲਾਨ ਦੇ ਮੁਤਾਬਿਕ ਉਹਨਾਂ ਦੋਨਾਂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ। ਦੋਸਤੋ 1929 ਦੇ ਵਿੱਚ ਲਾਹੌਰ ਅਤੇ ਸਹਾਰਨਪੁਰ ਦੇ ਵਿੱਚ HSRA ਨੇ ਬੰਬਸ ਦੀ ਫੈਕਟਰੀਆਂ ਲਾ ਦਿੱਤੀਆਂ ਸੀ ਤੇ 15 ਅਪ੍ਰੈਲ 1929 ਨੂੰ ਪੁਲਿਸ ਨੇ ਇਸ ਨੂੰ ਡਿਸਕਵਰ ਕਰ ਲਿਆ। ਜਦ ਪੁਲਿਸ ਦੀ ਰੇਡ ਪਈ ਤਾਂ HSRA ਦੇ ਕਈ ਮੈਂਬਰਸ ਨੂੰ ਅਰੈਸਟ ਕਰ ਲਿੱਤਾ ਗਿਆ। ਦੋਸਤੋ ਭਗਤ ਸਿੰਘ ਜੀ ਅਤੇ ਬਟੁਕੇਸ਼ਵਰ ਦੱਤ ਨੂੰ ਗ੍ਰਿਫਤਾਰ ਕਰਕੇ ਦਿੱਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਪਰ ਜਦ ਉਹਨਾਂ ਨੂੰ ਇਹ ਸਮਝ ਆਈ ਕਿ ਇਹ ਤਾਂ HSRA ਦੇ ਬੰਦੇ ਆ ਤੇ ਇਸ ਤੋਂ ਪਹਿਲਾਂ ਸਾਊਂਡਰਸ ਮਰਡਰ ਕੇਸ ਵਿੱਚ ਵੀ HSRA ਨੇ ਜ਼ਿੰਮੇਵਾਰੀ ਲਿੱਤੀ ਸੀ, ਤਾਂ ਇਹਨਾਂ ਦੋਨਾਂ ਕੇਸਿਸ ਨੂੰ ਧਿਆਨ ਵਿੱਚ ਰੱਖਦਿਆਂ ਅੰਗਰੇਜ਼ ਸਰਕਾਰ ਨੇ ਸਾਊਂਡਰਸ ਮਰਡਰ ਕੇਸ ਦੀ ਫਾਈਲ ਇੱਕ ਵਾਰ ਦੁਬਾਰਾ ਖੋਲੀ ਤੇ ਭਗਤ ਸਿੰਘ ਜੀ ਨੂੰ ਦਿੱਲੀ ਜੇਲ੍ਹ ਤੋਂ ਮੀਆਂਵਾਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਦੋਸਤੋ ਜਦ ਭਗਤ ਸਿੰਘ ਜੀ ਦਿੱਲੀ ਜੇਲ੍ਹ ਤੋਂ ਮੀਆਂਵਾਲੀ ਜੇਲ੍ਹ ਵਿੱਚ ਆਏ, ਉੱਥੇ ਉਹਨਾਂ ਨੇ ਅਸਲ ਵਿਤਕਰਾ ਦੇਖਿਆ ਅੰਗਰੇਜ਼ ਕੈਦੀਆਂ ਦਾ ਤੇ ਭਾਰਤੀ ਕੈਦੀਆਂ ਦਾ। ਅੰਗਰੇਜ਼ ਕੈਦੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਂਦੀ ਸੀ, ਜਦਕਿ ਭਾਰਤੀਆਂ ਕੈਦੀਆਂ ਨਾਲ ਜਾਨਵਰਾਂ ਤੋਂ ਵੀ ਬੱਤਰ ਸਲੂਕ ਕੀਤਾ ਜਾਂਦਾ ਸੀ। ਦੋਸਤੋ ਭਗਤ ਸਿੰਘ ਜੀ ਆਪਣੇ ਆਪ ਨੂੰ ਇੱਕ ਪੋਲੀਟੀਕਲ ਪ੍ਰਿਜ਼ਨਰ ਕੰਸੀਡਰ ਕਰਦੇ ਸੀ ਤੇ ਉਹਨਾਂ ਦੀ ਮੰਗ ਸੀ ਕਿ ਜੇਲ੍ਹ ਵਿੱਚ ਰਹਿੰਦਿਆਂ ਉਹਨਾਂ ਨੂੰ ਖਾਣ ਲਈ ਖਾਣਾ, ਸਾਫ਼ ਸੁਥਰੇ ਕੱਪੜੇ ਅਤੇ ਪੜ੍ਹਨ ਵਾਸਤੇ ਕਿਤਾਬਾਂ ਅਤੇ ਅਖਬਾਰ ਦਿੱਤੀਆਂ ਜਾਵੇ। ਘੱਟੋ ਘੱਟ ਇੱਕ ਇਨਸਾਨ ਦੇ ਵਾਂਗ ਉਹਨਾਂ ਨਾਲ ਸਲੂਕ ਕੀਤਾ ਜਾਵੇ। ਤੇ ਉਹਨਾਂ ਦੀ ਮੰਗ ਜਦ ਅੰਗਰੇਜ਼ ਸਰਕਾਰ ਨੇ ਨਹੀਂ ਮੰਨੀ ਤਾਂ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਦੋਸਤੋ ਭੁੱਖ ਹੜਤਾਲ ਦਾ ਭਗਤ ਸਿੰਘ ਜੀ ਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਉਹਦੇ ਕਰਕੇ ਉਹਨਾਂ ਨੂੰ ਸਾਰੇ ਦੇਸ਼ ਚੋਂ ਇੱਕ ਬਹੁਤ ਵੱਡੀ ਸਪੋਰਟ ਮਿਲਣੀ ਸ਼ੁਰੂ ਹੋ ਗਈ। ਤੇ ਜਦ ਕਦੇ ਉਹਨਾਂ ਦੀ ਅਦਾਲਤ ਵਿੱਚ ਸੁਣਵਾਈ ਹੁੰਦੀ ਸੀ ਤਾਂ ਬਹੁਤ ਸਾਰੇ ਲੋਕ ਅਦਾਲਤ ਦੇ ਬਾਹਰ ਇਕੱਠੇ ਹੋ ਕੇ ਭਗਤ ਸਿੰਘ ਜੀ ਦੇ ਨਾਂ ਦੇ ਨਾਅਰੇ ਲਾਉਂਦੇ ਸੀ, ਭਗਤ ਸਿੰਘ ਜਿੰਦਾਬਾਦ ਦੇ ਨਾਅਰੇ ਲਾਉਂਦੇ ਸੀ, ਜਿਹਦੇ ਕਰਕੇ ਪੁਲਿਸ ਨੂੰ ਧਾਰਾ 144 ਲਾਗੂ ਕਰਨੀ ਪੈ ਗਈ ਕਿਉਂਕਿ ਇੰਨੀ ਭੀੜ ਜਿਹੜੀ ਭਗਤ ਸਿੰਘ ਜੀ ਦੀ ਸਪੋਰਟ ਵਿੱਚ ਇਕੱਠੀ ਹੋਈ ਹੁੰਦੀ ਸੀ ਉਹ ਪੁਲਿਸ ਤੋਂ ਸਾਂਭੀ ਨਹੀਂ ਜਾਂਦੀ ਸੀ। ਦੋਸਤੋ ਇਹ ਭੁੱਖ ਹੜਤਾਲ ਕੋਈ 4-5 ਦਿਨਾਂ ਦੀ ਭੁੱਖ ਹੜਤਾਲ ਨਹੀਂ ਸੀ, ਇਹ ਬਹੁਤ ਲੰਬੀ ਚੱਲੀ ਸੀ ਤੇ ਇਸ ਭੁੱਖ ਹੜਤਾਲ ਦੇ ਦੌਰਾਨ ਭਗਤ ਸਿੰਘ ਜੀ ਨੂੰ ਪੂਰੇ ਦੇਸ਼ ਵਿੱਚੋਂ ਬਹੁਤ ਸਪੋਰਟ ਮਿਲੀ। ਤੇ ਦੋਸਤੋ ਜਵਾਹਰ ਲਾਲ ਨਹਿਰੂ ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ ਸੀਗੀ ਕਿ ਅਸੀਂ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਸਲੂਟ ਕਰਦੇ ਹਾਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਦੀ ਤਰ੍ਹਾਂ ਟ੍ਰੀਟ ਕੀਤਾ ਜਾਵੇ, ਆਮ ਕੈਦੀਆਂ ਦੀ ਤਰ੍ਹਾਂ ਉਹਨਾਂ ਨਾਲ ਵਰਤਾਵ ਨਾ ਕੀਤਾ ਜਾਵੇ। ਦੋਸਤੋ ਮੁਹੰਮਦ ਅਲੀ ਜਿਨਾਹ ਨੇ ਵੀ ਕਿਹਾ ਸੀ ਕਿ ਜਿਹੜਾ ਇਨਸਾਨ ਭੁੱਖ ਹੜਤਾਲ ਤੇ ਬਹਿੰਦਾ ਉਹ ਡਰਾਮਾ ਨਹੀਂ ਕਰਦਾ, ਉਹ ਮਿਸਗਾਈਡਡ ਨਹੀਂ ਹੁੰਦਾ, ਤਾਂ ਉਹਨਾਂ ਨੂੰ ਡਰਾਮੇਬਾਜ਼ ਜਾਂ ਫਿਰ ਮਿਸਗਾਈਡਡ ਕਹਿ ਕੇ ਅਸੀਂ ਇਹ ਕੁਫਰ ਨਾ ਤੋਲੀਏ ਤੇ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਸਲੂਟ ਕਰਨਾ ਬਣਦਾ ਹੈ। ਦੋਸਤੋ ਭਗਤ ਸਿੰਘ ਜੀ ਦੀ ਭੁੱਖ ਹੜਤਾਲ ਤੋੜਨ ਵਾਸਤੇ ਅੰਗਰੇਜ਼ ਸਰਕਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀ ਕਿਸੇ ਵੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਪਾਏ। ਇੱਥੋਂ ਤੱਕ ਕਿ ਜ਼ਬਰਦਸਤੀ ਅੰਨ ਭਗਤ ਸਿੰਘ ਜੀ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਭਗਤ ਸਿੰਘ ਜੀ ਆਪਣੇ ਇਰਾਦੇ ਤੋਂ ਟਸ ਤੋਂ ਮਸ ਨਹੀਂ ਹੋਏ। ਅੰਨ ਦਾ ਇੱਕ ਵੀ ਦਾਣਾ ਭਗਤ ਸਿੰਘ ਜੀ ਨੇ ਆਪਣੇ ਅੰਦਰ ਜਾਣ ਨਹੀਂ ਦਿੱਤਾ। ਕਹਿੰਦੇ ਨੇ ਕਿ ਜੇਲ੍ਹ ਵਿੱਚ ਪਾਣੀ ਦੀ ਥਾਂ ਦੁੱਧ ਰੱਖ ਦਿੱਤਾ ਜਾਂਦਾ ਸੀ ਤਾਂ ਕਿ ਪਿਆਸੇ ਕੈਦੀ ਆਪਣੀ ਪਿਆਸ ਬੁਝਾਉਣ ਲਈ ਦੁੱਧ ਦਾ ਸਹਾਰਾ ਲੈਣ, ਪਰ ਉਹਨਾਂ ਦਾ ਇਰਾਦਾ ਇੰਨਾ ਪੱਕਾ ਸੀ ਕਿ ਉਹਨਾਂ ਨੇ ਦੁੱਧ ਦੀ ਇੱਕ ਵੀ ਬੂੰਦ ਆਪਣੇ ਅੰਦਰ ਨਹੀਂ ਜਾਣ ਦਿੱਤੀ। ਦੋਸਤੋ 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਭਗਤ ਸਿੰਘ ਜੀ ਦੇ ਸਾਥੀ ਜਤਿੰਦਰ ਨਾਥ ਦਾਸ ਦੀ ਮੌਤ ਹੋ ਗਈ। ਕਹਿੰਦੇ ਨੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਸੀ ਤੇ ਆਪਣੀ ਭੁੱਖ ਹੜਤਾਲ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੇ ਦਵਾਈ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਦੇਸ਼ ਦੇ ਸਾਰੇ ਨੈਸ਼ਨਲਿਸਟ ਲੀਡਰਾਂ ਨੇ ਜਤਿੰਦਰ ਨਾਥ ਦਾਸ ਜੀ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਇੱਥੋਂ ਤੱਕ ਕਿ ਪੰਜਾਬ ਲੈਜਿਸਲੇਟਿਵ ਅਸੈਂਬਲੀ ਤੋਂ ਮੁਹੰਮਦ ਆਲਮ ਅਤੇ ਗੋਪੀ ਚੰਦ ਜੀ ਨੇ ਅਸਤੀਫਾ ਵੀ ਦੇ ਦਿੱਤਾ। ਦੋਸਤੋ ਅਸੀਂ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦੇ ਹਾਂ ਕਿ ਭਗਤ ਸਿੰਘ ਜੀ ਦੀ ਭੁੱਖ ਹੜਤਾਲ 116 ਦਿਨਾਂ ਵਾਸਤੇ ਚੱਲੀ ਸੀ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਭਗਤ ਸਿੰਘ ਜੀ ਦੇ ਸਾਹਮਣੇ ਸਿਰ ਝੁਕਾਉਣਾ ਹੀ ਪਿਆ। ਭਗਤ ਸਿੰਘ ਜੀ ਦੀਆਂ ਸਾਰੀਆਂ ਮੰਗਾਂ ਅੰਗਰੇਜ਼ਾਂ ਨੂੰ ਮੰਨਣੀਆਂ ਪਈਆਂ। ਪੜ੍ਹਨ ਵਾਸਤੇ ਕਿਤਾਬਾਂ, ਅਖਬਾਰ, ਖਾਣ ਲਾਇਕ ਖਾਣਾ, ਚੰਗੇ ਕੱਪੜੇ ਅਤੇ ਹੋਰ ਕਈ ਸੁਵਿਧਾਵਾਂ ਜਿਹੜੀਆਂ ਕਿ ਯੂਰਪੀਅਨ ਪ੍ਰਿਜ਼ਨਰਸ ਨੂੰ ਮਿਲਦੀਆਂ ਸੀ ਉਹ ਫਿਰ ਇੰਡੀਅਨ ਪ੍ਰਿਜ਼ਨਰਸ ਨੂੰ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਭਗਤ ਸਿੰਘ ਜੀ ਦੀਆਂ ਮੰਗਾਂ ਮੰਨਣੀਆਂ ਵੀ ਅੰਗਰੇਜ਼ ਸਰਕਾਰ ਦੀ ਮਜਬੂਰੀ ਬਣ ਗਈ ਸੀ ਕਿਉਂਕਿ ਜਦ ਤੋਂ ਭਗਤ ਸਿੰਘ ਜੀ ਭੁੱਖ ਹੜਤਾਲ ਤੇ ਬੈਠੇ ਸੀ ਉਸ ਦਿਨ ਤੋਂ ਦਿਨੋਂ ਦਿਨ ਭਗਤ ਸਿੰਘ ਜੀ ਦੀ ਪਪੂਲੈਰਿਟੀ ਦੇਸ਼ ਵਿੱਚ ਵੱਧ ਰਹੀ ਸੀ ਤੇ ਸਾਰੇ ਦੇਸ਼ 'ਚ ਉਹਨਾਂ ਨੂੰ ਬਹੁਤ ਵੱਡੀ ਸਪੋਰਟ ਵੀ ਮਿਲਣੀ ਸ਼ੁਰੂ ਹੋ ਗਈ ਸੀ।
ਦੋਸਤੋ ਉਸ ਵਕਤ ਕਾਂਗਰਸ ਨੇ ਡੋਮੀਨੀਅਨ ਸਟੇਟਸ ਦੀ ਮੰਗ ਕੀਤੀ ਸੀ, ਜਿਸ ਨੂੰ ਰਿਜੈਕਟ ਕਰਕੇ ਭਗਤ ਸਿੰਘ ਜੀ ਨੇ ਟੋਟਲ ਇੰਡੀਪੈਂਡੈਂਸ ਦਾ ਨਾਰਾ ਦਿੱਤਾ, ਯਾਨੀ ਕਿ ਪੂਰਨ ਸਵਰਾਜ, ਯਾਨੀ ਕਿ ਅਸੀਂ ਹਿੰਦੁਸਤਾਨ ਦੇ ਰਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਅੰਗਰੇਜ਼ਾਂ ਵੱਲੋਂ ਨਹੀਂ ਚਾਹੁੰਦੇ। ਤੇ ਕਿਉਂਕਿ ਉਹਨਾਂ ਦੀ ਪਪੂਲੈਰਿਟੀ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਵੱਧ ਗਈ ਸੀ, ਤਾਂ ਲੋਕਾਂ ਨੇ ਵੀ ਉਹਨਾਂ ਦੇ ਇਸ ਵਿਚਾਰ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਟੋਟਲ ਇੰਡੀਪੈਂਡੈਂਸ ਦੇ ਨਾਰੇ ਹੇਠ ਰੈਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਪੂਰੇ ਦੇਸ਼ ਵਿੱਚ, ਜਿਸ ਦੇ ਦਬਾਅ ਹੇਠ ਕਾਂਗਰਸ ਨੂੰ ਵੀ ਆਪਣੀ ਮੰਗ ਵਿੱਚ ਬਦਲਾਵ ਕਰਨਾ ਪਿਆ। ਕਾਂਗਰਸ ਨੇ ਡੋਮੀਨੀਅਨ ਸਟੇਟਸ ਦੀ ਮੰਗ ਨੂੰ ਛੱਡ ਕੇ ਟੋਟਲ ਇੰਡੀਪੈਂਡੈਂਸ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਅੰਗਰੇਜ਼ ਸਮਝ ਗਏ ਸੀ ਕਿ ਕਾਂਗਰਸ ਨੇ ਜਿਵੇਂ ਆਪਣੀ ਮੰਗ ਵਿੱਚ ਇੰਨਾ ਵੱਡਾ ਬਦਲਾਵ ਲਿਆਂਦਾ ਹੈ, ਇਸ ਦੇ ਪਿੱਛੇ ਭਗਤ ਸਿੰਘ ਹੈ। ਭਗਤ ਸਿੰਘ ਜੀ ਦੀ ਵੱਧ ਰਹੀ ਸਪੋਰਟ ਪੂਰੇ ਦੇਸ਼ ਵਿੱਚ ਅੰਗਰੇਜ਼ਾਂ ਲਈ ਇੱਕ ਬਹੁਤ ਵੱਡੀ ਮੁਸੀਬਤ ਬਣਦੀ ਜਾ ਰਹੀ ਸੀ। ਦੋਸਤੋ, ਪੁਲਿਸ ਜਾਣਦੀ ਸੀ ਕਿ ਲਾਹੌਰ ਅਤੇ ਸਹਾਰਨਪੁਰ ਦੇ ਵਿੱਚ ਬੰਬਸ ਦੀਆਂ ਫੈਕਟਰੀਆਂ ਲਾਉਣਾ, ਸਾਉਂਡਰਸ ਨੂੰ ਮਾਰਨਾ, ਅਸੈਂਬਲੀ ਵਿੱਚ ਬੰਬ ਫੋੜਨਾ, ਇਹਨਾਂ ਤਿੰਨਾਂ ਕੇਸਿਸ ਵਿੱਚ HSRA ਜ਼ਿੰਮੇਵਾਰ ਹੈ। ਤੇ ਜਦ ਉਹਨਾਂ ਨੇ ਸਾਉਂਡਰਸ ਮਰਡਰ ਕੇਸ ਦੀ ਫਾਈਲ ਦੁਬਾਰਾ ਖੋਲੀ, ਤਾਂ ਸਾਉਂਡਰਸ ਮਰਡਰ ਕੇਸ ਦੀ ਫਾਈਲ ਦੁਬਾਰਾ ਖੋਲਣ ਤੋਂ ਬਾਅਦ ਪੁਲਿਸ ਨੇ ਟੀਮ ਦੇ ਕੱਲੇ-ਕੱਲੇ ਮੈਂਬਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਪੁਲਿਸ ਤੋਂ ਡਰ ਕੇ ਕੁਝ ਸਾਥੀਆਂ ਨੇ ਪੁਲਿਸ ਨੂੰ ਉਹ ਇਨਫੋਰਮੇਸ਼ਨ ਦੇ ਦਿੱਤੀ ਜਿਹੜੀ ਕਿ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਸੀ। ਉਹਨਾਂ ਨੇ ਆਪਣੀ ਟੀਮ ਨਾਲ ਆਪਣੇ ਮਕਸਦ ਨਾਲ ਗੱਦਾਰੀ ਕੀਤੀ ਤੇ ਪੁਲਿਸ ਨੂੰ ਦੱਸ ਦਿੱਤਾ ਕਿ ਸਕਾਟ ਨੂੰ ਮਾਰਨ ਦਾ ਪਲਾਨ ਸੁਖਦੇਵ ਥਾਪਰ ਨੇ ਬਣਾਇਆ ਹੈ ਤੇ ਉਸ ਪਲਾਨ ਵਿੱਚ ਅੱਗੇ ਹੋ ਕੇ ਗੋਲੀਆਂ ਰਾਜਗੁਰੂ ਅਤੇ ਭਗਤ ਸਿੰਘ ਜੀ ਨੇ ਚਲਾਈਆਂ ਨੇ। ਅਤੇ ਪੁਲਿਸ ਦੇ ਕੁਝ ਹੋਰ ਸਮਾਂ ਇਨਵੈਸਟੀਗੇਟ ਕਰਨ ਤੋਂ ਬਾਅਦ ਅਦਾਲਤ ਨੇ ਵੀ ਫੈਸਲਾ ਸੁਣਾ ਦਿੱਤਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਜਾਵੇ। ਉਹਨਾਂ ਦੀ ਫਾਂਸੀ 24 ਮਾਰਚ 1931 ਦੇ ਦਿਨ ਹੋਣੀ ਸੀ, ਲੇਕਿਨ ਪੁਲਿਸ ਨੂੰ ਡਰ ਪੈ ਗਿਆ ਕਿ ਜਿਹੜੇ ਹਿਸਾਬ ਨਾਲ ਭਗਤ ਸਿੰਘ ਜੀ ਦੀ ਇੰਨੀ ਸਪੋਰਟ ਦੇਸ਼ ਵਿੱਚ ਵੱਧ ਰਹੀ ਹੈ, ਕਿਤੇ ਲੋਕ ਆ ਕੇ ਭਗਤ ਸਿੰਘ ਜੀ ਨੂੰ ਬਚਾ ਹੀ ਨਾ ਲੈਣ, ਜਾਂ ਫਿਰ HSRA ਦੇ ਉਹ ਮੈਂਬਰ ਜਿਹੜੇ ਕਿ ਪੁਲਿਸ ਦੇ ਹੱਥ ਹਾਲੇ ਤੱਕ ਨਹੀਂ ਆਏ, ਉਹ ਕਿਤੇ ਭਗਤ ਸਿੰਘ ਜੀ ਨੂੰ ਬਚਾ ਨਾ ਲੈਣ। ਤਾਂ ਉਹਨਾਂ ਨੇ ਭਗਤ ਸਿੰਘ ਜੀ ਦੀ ਫਾਂਸੀ ਦਾ ਸਮਾਂ ਇੱਕ ਦਿਨ ਪਹਿਲਾਂ ਸ਼ਿਫਟ ਕਰਕੇ 23 ਮਾਰਚ 1931 ਦੇ ਦਿਨ ਰੱਖ ਦਿੱਤਾ। ਤੇ ਜਦ ਪੁਲਿਸ ਵਾਲਾ ਭਗਤ ਸਿੰਘ ਜੀ ਨੂੰ ਕਹਿਣ ਗਿਆ ਕਿ ਭਗਤ ਸਿੰਘ ਹੁਣ ਤੇਰੀ ਫਾਂਸੀ ਦਾ ਸਮਾਂ ਹੋ ਗਿਆ ਹੈ, ਤਾਂ ਭਗਤ ਸਿੰਘ ਜੀ ਨੇ ਕਿਹਾ ਕਿ ਕੁਝ ਸਮਾਂ ਖੜ ਜਾਓ ਜਨਾਬ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਭਗਤ ਸਿੰਘ ਜੀ ਉਦੋਂ ਲੈਨਿਨ ਦੀ ਬਾਇਓਗ੍ਰਾਫੀ ਪੜ੍ਹ ਰਹੇ ਸੀ ਤੇ ਫਾਂਸੀ ਲੱਗਣ ਤੋਂ ਪਹਿਲਾਂ ਭਗਤ ਸਿੰਘ ਜੀ ਅੰਗਰੇਜ਼ ਅਫਸਰਾਂ ਨੂੰ ਇਹ ਕਹਿ ਕੇ ਗਏ ਸੀ ਕਿ ਹੁਣ ਤੁਸੀਂ ਦੇਖਿਓ ਕਿ ਇੱਕ ਭਾਰਤੀ ਕ੍ਰਾਂਤੀਕਾਰੀ ਕਿਵੇਂ ਆਪਣੇ ਦੇਸ਼ ਵਾਸਤੇ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਕੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦਾ ਹੈ। ਉਹਨਾਂ ਨੇ ਕਿਹਾ ਸੀ ਕਿ ਮੇਰੇ ਹੱਥ ਬੰਨਣ ਦੀ ਲੋੜ ਨਹੀਂ, ਮੈਨੂੰ ਤਾਂ ਮੌਤ ਦਾ ਚਾਅ ਹੀ ਬਹੁਤ ਹੈ। ਸੋ ਦੋਸਤੋ, ਭਗਤ ਸਿੰਘ ਜੀ ਦਾ ਸਾਰਾ ਜੀਵਨ ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਸੀ, ਪਰ ਅੱਜ ਜਦ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇੱਕ ਹਿੰਸਾਵਾਦੀ ਗਰਮ ਖਿਆਲੀ ਫਰੀडम ਫਾਈਟਰ ਕਹਿ ਕੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਦੋਸਤੋ, ਅਸਲ ਵਿੱਚ ਭਗਤ ਸਿੰਘ ਜੀ ਹਿੰਸਾ ਦਾ ਸਮਰਥਨ ਨਹੀਂ ਕਰਦੇ ਸੀ। ਭਗਤ ਸਿੰਘ ਜੀ ਹਥਿਆਰ ਦੀ ਵਰਤੋਂ ਨੂੰ ਸਿਰਫ ਉਦੋਂ ਜਾਇਜ਼ ਸਮਝਦੇ ਸੀ ਜਦ ਉਹ ਸੈਲਫ ਡਿਫੈਂਸ ਵਾਸਤੇ ਇਸਤੇਮਾਲ ਕੀਤਾ ਜਾਵੇ। ਪਰ ਅੱਜ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਹਰ ਫੁਕਰਾ ਬੰਦਾ ਕਹਿੰਦਾ ਹੈ ਕਿ ਮੇਰਾ ਰੋਲ ਮਾਡਲ ਭਗਤ ਸਿੰਘ। ਦੋਸਤੋ, ਭਗਤ ਸਿੰਘ ਨੂੰ ਮਹਾਨ ਤਾਂ ਕਹਿੰਦੇ ਆ, ਪਰ ਇਹ ਕਿਉਂ ਨਹੀਂ ਦੇਖਦੇ ਕਿ ਉਹ ਮਹਾਨ ਕਿਉਂ ਸੀ। ਅਸੀਂ ਭਗਤ ਸਿੰਘ ਜੀ ਨੂੰ ਮਹਾਨ ਜ਼ਰੂਰ ਕਹੀਏ, ਪਰ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਇਹ ਵੀ ਸੋਚੀਏ ਕਿ ਉਹ ਮਹਾਨ ਕਿਉਂ ਸੀ, ਕਿਹੜੀਆਂ ਗੱਲਾਂ ਨੇ ਭਗਤ ਸਿੰਘ ਜੀ ਨੂੰ ਮਹਾਨ ਬਣਾਇਆ, ਕਿਹੜੇ ਗੁਣਾਂ ਨੇ ਭਗਤ ਸਿੰਘ ਜੀ ਨੂੰ ਮਹਾਨ ਬਣਾਇਆ, ਤਾਂ ਕਿ ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਸਕੀਏ, ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਸਕੀਏ। ਦੋਸਤੋ, ਇਸ ਵੀਡੀਓ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਕਿ ਭਗਤ ਸਿੰਘ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ ਵੱਧ ਤੋਂ ਵੱਧ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੀਏ। ਪਰ ਦੋਸਤੋ, ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਇੱਕ ਜਾਂ ਫਿਰ ਦੋ ਵੀਡੀਓਜ਼ ਵਿੱਚ ਕਿਸੇ ਵੀ ਇਨਸਾਨ ਦੀ ਸਾਰੀ ਜ਼ਿੰਦਗੀ ਬਾਰੇ ਨਹੀਂ ਦੱਸਿਆ ਜਾ ਸਕਦਾ। ਅਸੀਂ ਕੋਸ਼ਿਸ਼ ਕੀਤੀ ਆ ਕਿ ਵੱਧ ਤੋਂ ਵੱਧ ਫੈਕਟਸ, ਵੱਧ ਤੋਂ ਵੱਧ ਥਿਉਰੀਜ਼ ਅਤੇ ਵੱਧ ਤੋਂ ਵੱਧ ਇਨਫੋਰਮੇਸ਼ਨ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਇਸ ਵੀਡੀਓ ਵਿੱਚ ਸ਼ੇਅਰ ਕਰ ਸਕੀਏ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਗਤ ਸਿੰਘ ਜੀ ਨਾਲ ਸੰਬੰਧਿਤ ਹੋਰ ਫੈਕਟਸ, ਥਿਉਰੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ ਤੇ ਹੁਣ ਦਿਓ ਇਜਾਜ਼ਤ, ਅਸੀਂ ਮਿਲਦੇ ਹਾਂ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ।